हाँ जी विद्यार्थियों, सत श्री अकाल। स्वागत है तुहाडा पंजाबी भाषा की जमात विच। अज दी अपनी जमात, पहला तो पिछली जमात की गल करिए। पिछली जमात दे विच आपां जिवें कि हाशम शाह बारे पढ़िया सी। हाशम शाह दीयां दो वीडियो दे विच काफ़ी गल्लां आपां क्लीयर कीतियां सी, पर वो एक होर सी भी हाशम शाह जिहड़ा वो किस्सा कवि होण दे नाल नाल सूफी कवि भी है। उहदे दोहड़े अते ड्योडां ਇਹਦੀ ਵੀਡੀਓ ਆ ਕਿੱਸਾ ਕਾਵ ਖਤਮ ਹੁੰਦਿਆਂ ਸਾਰੀ ਸੂਫੀ ਕਾਵ ਦੇ ਵਿੱਚ ਮਿਲ ਜੂਗੀ। ਤੇ PDF ਇਹਨਾਂ ਦੀ ਉਹ ਹੁਣ ਆਪਣੀਆਂ ਐਪ ਆ ਨਾ ਜਿਹੜੀ, ਇਹ ਨਵੇਂ ਸਿਰੇ ਤੋਂ ਅਪਡੇਟ ਹੋਊਗੀ ਦੁਬਾਰੇ, ਤੇ ਉਹਦੇ ਵਿੱਚ ਸੌਫਟ ਜਿਹੇ ਤਰੀਕੇ ਨਾਲ PDF ਡਾਊਨਲੋਡ ਹੋ ਜਾਇਆ ਕਰਨਗੀਆਂ। ਡਾਟਾ ਵੀ ਘੱਟ ਲੱਗਿਆ ਕਰੂਗਾ। ਬਸ ਉਹ ਗੂਗਲ ਵਾਲੇ ਥੋੜ੍ਹੀ ਜਿਹੀ ਅਪਰੂਵ ਕਰ ਦੇਣਾ, ਅਪਰੂਵ ਕਰਦੇ ਹੁੰਦੇ ਨਾ ਜਿਹੜੀ, ਮਤਲਬ ਉਹਦੇ 'ਚ ਅਪਲੋਡਿੰਗ ਤਾਂ ਦੁਬਾਰੇ ਹੋ ਗਈ ਹੈ। ਅਪਡੇਟ ਵਾਲਾ ਸਿਸਟਮ ਸਾਡੇ ਵੱਲੋਂ ਹੋ ਚੁੱਕਿਆ, ਪਰ ਗੂਗਲ ਦਾ ਆਪਦਾ ਕੋਈ ਟਰਮਸ ਐਂਡ ਕੰਡੀਸ਼ਨਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦੀਆਂ। ਬਸ ਉਹ ਥੋੜ੍ਹੀਆਂ ਜਿਹੀਆਂ ਕਲੀਅਰ ਹੋ ਜਾਣ ਅਤੇ ਬੇਟਾ ਜੀ ਫਿਰ ਆਪਾਂ ਵਧੀਆ ਚੱਲ ਪੈਣੀ ਐਪ ਬਹੁਤ ਸ਼ਾਨਦਾਰ ਤਰੀਕੇ ਨਾਲ। ਡੋਂਟ ਵਰੀ, ਆਪਣੀ ਸਪੀਡ ਵੀ ਵਧੂਗੀ ਹੁਣ, ਕਿਉਂਕਿ ਇਸ ਤੋਂ ਬਾਅਦ ਆਪਾਂ ਗੁਰਮਤ ਕਾਵ ਕਰਨਾ ਅਤੇ ਗੁਰਮਤ ਕਾਵ ਸ਼ਾਨਦਾਰ ਕਰਨਾ। ਹੁਣ ਜੀ ਦੇਖੋ, ਆਪਾਂ ਗੱਲ ਕਰੀਏ ਜੀ ਕਾਦਰ ਯਾਰ ਦੀ। ਸਭ ਤੋਂ ਪਹਿਲਾਂ ਆਪਣੀ 11ਵੀਂ ਵਾਲੀ ਕਿਤਾਬ ਹੈ ਜਿਹੜੀ, ਉਹ ਕਾਦਰ ਯਾਰ ਦੇ ਬਾਰੇ ਕੀ ਕੁਛ ਕਹਿ ਰਹੀ ਹੈ। ਹਾਂਜੀ, ਅੱਛਾ, ਇੱਕ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਸੀਗੀ। ਉਹ ਮੈਂ ਕੀ ਸੀ ਵੀ ਕਿਤੋਂ ਨਾ ਮੈਨੂੰ ਆਪਣੀਆਂ BA 'ਚ ਜਿਹੜੀਆਂ ਕਿਤਾਬਾਂ ਲੱਗਦੀਆਂ ਉਹਨਾਂ ਦੀ ਨਾ, ਹਾਲਾਂਕਿ ਗੰਗਾ ਨਗਰੋਂ ਨਾ ਜਿਹੜੇ ਵਿਦਿਆਰਥੀ ਗੰਗਾ ਨਗਰ ਦੇ ਨੇੜੇ ਤੇੜੇ ਆ ਉਹਨਾਂ ਨੂੰ ਤਾਂ ਮੈਂ ਇਨਫੋਰਮੇਸ਼ਨ ਦੇ ਦਾਂ, ਵਿੱਚੋਂ ਬਹੁਤ ਕੰਮ ਦਾ ਮੈਟਰ ਹੈ, ਕਿਉਂਕਿ ਉਹ ਸਾਰਾ ਕਰਵਾਊਂਗਾ ਮੈਂ। BA ਵਾਲਾ ਵੀ ਛੱਡਦਾ ਨਹੀਂ, ਉਹਦੇ ਵਿੱਚੋਂ ਕੁਛ ਵੀ ਜ਼ਰੂਰੀ ਹੈ। ਮੈਂ ਚਾਹੁੰਦਾ ਵੀ ਜਿਹੜੇ ਮੇਰੇ ਪੜ੍ਹੇ ਆ ਬਸ ਉਹ ਹੀ ਲੱਗਣ, ਹੋਰ ਕੋਈ ਨਾ ਨੇੜੇ ਤੇੜੇ ਆਵੇ। ਖੈਰ ਇਹ ਗੱਲ ਮਾਣ ਵਾਲੀ ਨਹੀਂ ਗੀ, ਇਹ ਮਤਲਬ ਹੰਕਾਰ ਵਾਲੀ ਨਹੀਂ ਗੀ, ਮੈਨੂੰ ਭਰੋਸਾ ਮਾਣ ਹੈ ਇਸ ਗੱਲ ਦਾ। ਹਾਂਜੀ, ਆਪਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਜਿਹੜੀ ਉਹ ਮੈਂ PDF ਦੀ ਗੱਲ ਕਰਦਾ ਸੀ, ਉਹ ਕਾਲੜਾ STDPCO ਆ ਸ਼ਾਇਦ, ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਕਿਤਾਬਾਂ ਦੀ PDF ਭੇਜਤੀ ਸੀਗੀ। ਅਤੇ ਤੁਸੀਂ ਵੀ ਕਿਤਾਬਾਂ ਦੀ PDF ਲੈ ਲਿਓ, ਗਾਈਡਾਂ ਨਾ ਲਿਓ, ਕੋਈ ਦਿੱਕਤ ਨਹੀਂ। ਕਿਤਾਬਾਂ ਦੇ ਵਿੱਚ ਮੈਟਰ ਹੈ ਜਿਹੜਾ, ਜਿਵੇਂ ਵਾਰਿਸ਼ਾਂ ਬਾਰੇ, ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਬਾਰੇ ਦੇ ਰੱਖਿਆ, ਉਹਦੇ ਵਿੱਚੋਂ ਕੁਝ ਸਤਰਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਪ੍ਰਸ਼ਨ ਆਉਂਦੇ ਆ, ਹੈ ਨਾ, ਜੋ ਵੀ ਮਤਲਬ ਜਿੰਨੀਆਂ ਵੀ 6 ਕਿਤਾਬਾਂ ਮੈਨੂੰ ਲੱਗਦਾ, ਅਤੇ ਉਹ 6 ਦੀਆਂ 6 ਉਹਨਾਂ ਨੇ PDF ਉਹਦੀ ਬਣਾ ਰੱਖੀ ਹੈ। ਅਤੇ ਉਹ ਕਿਤਾਬਾਂ ਦੀ ਬਈ PDF ਤੁਸੀਂ ਲੈ ਲਿਓ, ਅਤੇ ਜ਼ਰੂਰੀ ਹੈ। ਮੈਂ ਸੋਚਿਆ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ। ਉਹਨੂੰ ਮਾੜਾ ਜਿਹਾ ਦੇਖ ਲਿਓ, ਕਿਤੇ ਪੁੱਠਾ ਸਿੱਧਾ ਨਾ ਹੋ ਜੇ, ਹੈ ਨਾ। ਉਹ PDF ਦਾ ਪ੍ਰਿੰਟ ਜਿਹੜਾ ਪ੍ਰੀਵਿਊ ਹੁੰਦਾ ਨਾ, ਉਹਦੇ 'ਤੇ ਮਾੜਾ ਜਿਹਾ ਚੈੱਕ ਕਰ ਲਿਓ ਵੀ ਪੂਰੀਆਂ ਕਿਤਾਬਾਂ, ਹੋ ਸਕਦਾ ਕਿਸੇ ਕਿਤਾਬ ਦਾ ਨਾਮ ਨਾ ਦਿੱਤਾ ਹੋਵੇ, ਪਰ ਡੋਂਟ ਵਰੀ, ਉਹਦੇ ਵਿੱਚ ਪੂਰਾ ਮੈਟਰ ਸਾਰੀਆਂ ਉਹ ਤੁਸੀਂ ਜ਼ਰੂਰ ਲੈ ਲਿਓ। ਇਹ ਮੈਂ ਕਿਹਾ ਜ਼ਰੂਰੀ। ਕਾਲੜਾ STD ਇਹ ਹੈਗਾ ਆਪਣੇ ਗੰਗਾ ਨਗਰ ਹੈਗਾ, ਜਿਹੜਾ ਮਲਟੀਪਰਪਜ਼ ਸਕੂਲ ਦੇ ਸਾਹਮਣੇ ਆ। ਉਹਨਾਂ ਨੇ ਮੈਨੂੰ ਐਡਰੈਸ ਦੱਸਿਆ ਸੀ, ਕਿਉਂਕਿ ਮੈਂ ਤਾਂ ਆਪਣਾ ਕੰਮ ਫੋਨ 'ਤੇ ਹੀ ਕਰਵਾ ਲੈਂਦਾ ਹੁੰਦਾ। ਕਾਲੜਾ ਵਾਲਿਆਂ ਨੂੰ ਵੀ ਪਤਾ ਵੀ ਸਰ ਜੀ ਦੀ ਬੁੱਕ ਆਉਂਦੀ ਹੈ ਸਾਡੇ, ਤਾਂ ਇਸ ਕਰਕੇ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ। ਪਰ ਤੁਸੀਂ ਕਿਉਂਕਿ ਜੇ ਜਾਣਕਾਰੀ ਹੈ ਤਾਂ ਵਧੀਆ, ਅਗਰ ਨਹੀਂ ਤਾਂ ਫਿਰ ਉੱਥੇ ਜਾ ਕੇ ਜਾਂ ਕਿਸੇ ਨੂੰ ਭਜਵਾ ਕੇ ਉਹਦੀ PDF ਚੇਤੇ ਨਾਲ ਕਢਵਾ ਲਿਓ। ਇਹ ਜ਼ਰੂਰੀ ਇਨਫੋਰਮੇਸ਼ਨ ਆ ਤੁਹਾਡੇ ਵਾਸਤੇ, ਬਹੁਤ ਜ਼ਰੂਰੀ ਹੈ। ਇਹ ਕਿਤਾਬਾਂ ਬਹੁਤ ਜ਼ਰੂਰੀ ਹੋਣੀਆਂ। ਗਾਈਡਾਂ ਦੇ ਵਿੱਚ ਗਲਤੀਆਂ ਕਿਤਾਬਾਂ ਮਿਲ ਜਾਣ ਤੁਹਾਨੂੰ ਵਧੀਆ ਵਿੱਚ, ਜੋ ਵੀ ਹੁਣ ਜਿਵੇਂ ਵਾਰ ਘਰ ਜਾਂ ਲਿੱਲੀ ਦਾ ਵਿਆਹ, ਉਹਦੇ ਵਿੱਚ ਆਪਣੀ ਇੱਕ ਅਲੱਗ ਲੱਗਦਾ ਹੈ ਨਾ, ਉਹ ਨਾਟਕ ਲੱਗਦਾ ਜਿਹੜਾ ਉਹਦਾ ਈਸ਼ਵਰ ਚੰਦਰ ਨੰਦਾ ਦਾ, ਅਤੇ ਉਹਨੂੰ ਤੁਸੀਂ ਸਾਰੇ ਨੂੰ ਪੜ੍ਹਿਓ। ਉਹਦੇ ਵਿੱਚੋਂ 1 ਜਾਂ 2 ਪ੍ਰਸ਼ਨ ਆਉਣਗੇ ਪੱਕੇ। ਉਹ ਮਿਹਨਤ ਜਿਹੜੀ ਤੁਸੀਂ ਉਹ ਜਾਰੀ ਰੱਖਿਓ ਤੁਸੀਂ ਆਪਣੇ ਹਿਸਾਬ ਨਾਲ। ਹਾਂ, ਜਿਵੇਂ ਹੁਣ ਮੰਨ ਲਓ ਵੀ ਸ਼ਬਦ ਸਵੇਰਾ ਵਾਲੀ ਹੈ, ਜਿਹਦੇ ਵਿੱਚ ਕਵੀਆਂ ਦਾ ਦੇ ਰੱਖਿਆ, ਹੈ ਨਾ। ਉਸ ਤੋਂ ਬਾਅਦ ਇੱਕ ਹੋਰ ਆ ਜਿਹਦੇ ਵਿੱਚ ਮੱਧਿਆ ਕਾਲ ਦੀ ਜਿਹੜੀ ਕਵਿਤਾ ਉਹਦਾ ਸੰਕਲਨ ਕਰ ਰੱਖਿਆ, ਅਤੇ ਇਸ ਤਰ੍ਹਾਂ ਕਰਕੇ ਇਕਾਂਗੀ ਸੰਗ੍ਰਹਿ ਦੇ ਰੱਖਿਆ, ਕਹਾਣੀਆਂ ਦਾ ਸੰਗ੍ਰਹਿ ਦੇ ਰੱਖਿਆ। ਉਹ ਸਾਰੇ ਤੁਸੀਂ ਆਪਣੀ ਜ਼ਿੰਮੇਵਾਰੀ 'ਤੇ ਪੜ੍ਹਨੇ ਆ। ਹਾਂ, ਕਵਿਤਾਵਾਂ ਵਗੈਰਾ ਜਿਹੜੀਆਂ ਉਹ ਮੈਂ ਖੁਦ ਕਰਵਾਊਂਗਾ। ਉਹਦੇ ਵਿੱਚੋਂ ਆਲੋਚਨਾਤਮਕ ਵਿਆਖਿਆ ਜਿਹੜੀ ਉਹ ਮੈਂ ਤੁਹਾਨੂੰ ਕਰਵਾ ਦੂੰਗਾ। ਉਹ ਤੁਹਾਡੀ ਚਿੰਤਾ ਨਹੀਂ ਗੀ, ਉਹ ਮੇਰੀ ਚਿੰਤਾ। ਬਾਕੀ ਜਿਹੜੀ ਥਿਓਰੀ ਪੜ੍ਹਨ ਵਾਲੀ ਆ, ਇਕਾਂਗੀ, ਨਾਟਕ ਅਤੇ ਇੱਕ ਉਹ ਕਹਾਣੀਆਂ, ਉਹ ਤਾਂ ਬਈ ਤੁਸੀਂ ਆਪ ਪੜ੍ਹਨੀਆਂ। ਉਹ ਲੈ ਆਇਓ ਛੇਤੀ ਤੋਂ ਛੇਤੀ, ਉਹ ਪੜ੍ਹਨਾ ਸ਼ੁਰੂ ਕਰੋ ਅਤੇ ਉਸ ਮੈਟਰ ਨੂੰ ਵੀ ਕੱਢ ਦਿਓ ਬਸ, ਕਿਉਂਕਿ ਸਾਰੇ ਦੇ ਰੱਖੇ ਆ ਕਵੀ, ਸਾਰੇ ਆਪਣੇ ਸਿਲੇਬਸ ਦੇ ਵਿੱਚ ਕੰਮ ਦੀ ਜਾਣਕਾਰੀ। ਆ ਜਾਓ ਬੇਟਾ ਜੀ, 11ਵੀਂ ਦੀ ਕਿਤਾਬ ਆ ਇਹ ਆਪਣੀ, ਤੁਹਾਡੇ ਕੋਲ ਹੈਗੀ ਹੈ ਸੌਫਟ PDF ਇਹਦੀ। ਮਗਰ ਅਗਰ ਤੁਹਾਡੇ ਕੋਲ ਹੈ ਨਹੀਂ, 9ਵੀਂ 10ਵੀਂ 11ਵੀਂ 12ਵੀਂ ਇਹਨਾਂ ਚਾਰਾਂ ਦੀ PDF RBSE ਸਾਈਟ ਗੂਗਲ ਦੇ ਵਿੱਚ ਲਿਖ ਦਿਓ, RBSE। ਉੱਥੇ ਜਦੋਂ ਮੇਨ ਸਾਈਟ ਦੇ ਵਿੱਚ ਜਾਓਗੇ ਉੱਥੇ ਆ ਜਾਊਗਾ ਡਾਊਨਲੋਡ E-ਬੁੱਕਸ।
ਈ ਬੁੱਕਸ ਦੇ ਵਿੱਚ ਜਾ ਕੇ ਤੇ ਲਿਸਟ ਹੈ ਜਿਹੜੀ NCERT ਦੀਆਂ ਕਿਤਾਬਾਂ ਅੱਡ ਰਹਿ ਜਾਣਗੀਆਂ, ਉਹਦੇ ਵਿੱਚ ਪੰਜਾਬੀ ਦੀ ਕੋਈ ਕਿਤਾਬ ਨਹੀਂ ਮਿਲਣੀ ਤੁਹਾਨੂੰ, ਤੇ ਜਿਹੜੀਆਂ ਆਪਣੀਆਂ ਆ ਜਾਣਗੀਆਂ ਫਿਰ ਉਹਦੇ ਵਿੱਚ ਕਲਾਸ 9, ਕਲਾਸ 10, ਕਲਾਸ 11, ਕਲਾਸ 12 ਐਵੇਂ ਲਿਸਟ ਦੇ ਰੱਖੀ ਹੋਊਗੀ, ਤੇ ਉਹਦੇ ਵਿੱਚੋਂ ਆਪਣੀਆਂ ਪੰਜਾਬੀ ਵਾਲੀਆਂ ਚਾਰੇ ਦੀਆਂ ਚਾਰੇ ਕਿਤਾਬਾਂ ਤੁਸੀਂ ਚੁੱਕ ਲਿਓ, ਕਿਉਂਕਿ ਕਿਤਾਬਾਂ ਦੀ ਸ਼ਾਰਟੇਜ ਚੱਲ ਰਹੀ ਹੈ, ਬੱਚੇ ਤਿਆਰੀ ਕਰਨ ਤੇ ਰੁੱਝੇ ਹੋਏ ਆ ਤੇ ਤੁਸੀਂ ਵੀ ਤਿਆਰੀ ਕਰਨ ਤੇ ਰੁੱਝੇ ਹੋਏ, ਉਹਨਾਂ ਟਾਈਮ ਕਿਵੇਂ ਨਾ ਕਿਵੇਂ ਟਾਈਮ ਪਾਸ ਵੀ ਤਾਂ ਕਰਨਾ ਆਪਾਂ, ਹੈ ਨਾ, ਸਮਾਂ ਲੰਘਾਉਣਾ। ਕਾਦਰ ਯਾਰ 1800 ਤੋਂ 1892 ਦੇ ਰੱਖਿਆ। ਪਹਿਲਾਂ ਇਹਦੀ ਗੱਲ ਕਰੂੰਗਾ, ਉਸ ਤੋਂ ਬਾਅਦ ਕਾਦਰ ਯਾਰ ਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਮੈਂ ਆਪ ਦਾ ਜਿਹੜੇ ਨੋਟਸ ਜਿਹੜੇ ਬਣਾਏ ਆ ਉਹਦੇ ਨਾਲ ਤੇ ਆਪਾਂ ਗਾਹ ਪਾ ਦੇਣਾ, ਤੇ ਉਦੋਂ ਪਤਾ ਹੀ ਉਦੋਂ ਲੱਗਣਾ ਵੀ ਕਾਦਰ ਯਾਰ ਸਾਰਾ ਕਲੀਅਰ ਹੋ ਗਿਆ, ਸ਼ਾਨਦਾਰ। ਜੋ ਵੀ ਪ੍ਰਸ਼ਨ ਪੁੱਛਿਆ ਜਾਊਗਾ ਆਪਣੇ ਨੋਟਸ ਤੋਂ ਬਾਹਰ ਨਹੀਂ ਜਾਊਗਾ ਬੇਟਾ ਜੀ, ਪਰ ਸਭ ਤੋਂ ਪਹਿਲਾਂ ਕੰਮ ਦੀਆਂ ਗੱਲਾਂ ਦੇਖ ਲਓ ਕੀ ਕੀ ਹੈ। ਇਹ ਕਹਿੰਦਾ ਜੀ ਕਾਦਰ ਯਾਰ ਦਾ ਨਾਮ ਹੈ ਜਿਹੜਾ ਉਹ ਜੀ ਅਸਲ ਦੇ ਵਿੱਚ ਕੀ ਸੀਗਾ, ਕਾਦਰ ਬਖਸ਼, ਜਾਤ ਦਾ ਸੰਧੂ ਜੱਟ। ਹੁਣ ਤੁਸੀਂ ਕਹੋਗੇ ਨਾਮ ਮੁਸਲਮਾਨਾਂ ਵਾਲਾ ਤੇ ਜਾਤ ਦਾ ਸੰਧੂ ਜੱਟ ਕਿਵੇਂ ਹੋ ਗਿਆ? ਉਹ ਮੁਸਲਮਾਨ ਤੇ ਪੰਜਾਬੀ ਜਿਹੜੇ ਉਦੋਂ ਮਤਲਬ ਕੀ ਹੈ ਵੀ ਉਹਨਾਂ ਦਾ ਇੱਕ ਉਹ ਪ੍ਰਜਾਤੀ ਜਿਹੜੀ ਮਿਕਸ ਪ੍ਰਜਾਤੀ ਚੱਲ ਰਹੀ ਸੀ, ਤੇ ਉਹਦੇ ਵਿੱਚੋਂ ਕਾਦਰ ਯਾਰ ਵੀ ਇੱਕ ਸੀ। ਸੋ ਲਗਭਗ ਨਾਮ ਮਿਲੇ ਹੁੰਦੇ ਸੀਗੇ, ਲਗਭਗ ਸੇਮ ਹੁੰਦੇ ਸੀਗੇ, ਇਸ ਕਰਕੇ ਕੋਈ ਇਹਦੇ ਵਿੱਚ ਦਿੱਕਤ ਨਹੀਂ। ਸੰਧੂ ਜੱਟ ਸੀਗਾ, ਆਪਾਂ ਬਾਕੀ ਪੁੱਛਿਆ ਵੀ ਨਹੀਂ ਜਾਂਦਾ, ਜਾਤਾਂ ਵੈਸੇ ਵੀ ਨਹੀਂ ਪੁੱਛਦੇ। ਹਾਂ, ਪਿੰਡ ਮਾਛੀ ਕੇ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਦੇ ਵਿੱਚ ਰਹਿਣ ਵਾਲਾ। ਲਓ ਜੀ, ਨਾਮ ਹੈ ਇਹਦਾ ਕਾਦਰ ਯਾਰ, ਯਾਰਾਂ ਦਾ ਯਾਰ ਹੈ ਕਾਦਰ ਯਾਰ। ਹਾਂ, ਉਸਨੇ ਸਭ ਤੋਂ ਪਹਿਲਾਂ ਲਿਖਿਆ ਜੀ ਰੋਜ਼ਨਾਮਾ, ਬਾਅਦ ਦੇ ਵਿੱਚ ਮਹਿਰਾਜਨਾਮਾ। ਇਹ ਦੋਵੇਂ ਰੋਜ਼ਨਾਮਾ ਅਤੇ ਮਹਿਰਾਜਨਾਮਾ ਇਸਲਾਮ ਦੀਆਂ ਰਹੁ ਰੀਤਾਂ, ਇਸਲਾਮ ਦੇ ਕਾਨੂੰਨ, ਇਸਲਾਮ ਦੀ ਅਧਿਆਤਮਿਕਤਾ ਦੇ ਨਾਲ ਸੰਬੰਧਿਤ ਇਹਦੀਆਂ ਦੋ ਕਿਤਾਬਾਂ, ਰੋਜ਼ਨਾਮਾ, ਮਹਿਰਾਜਨਾਮਾ। ਰੋਜ਼ਨਾਮਾ ਨਾਲ ਕਹਿੰਦਾ ਜੀ ਰਚਨਾਵਾਂ ਦਾ ਵੇਰਵਾ ਦੇਖ ਲਓ। ਸਭ ਤੋਂ ਪਹਿਲਾਂ ਕੀ ਕਿਹਾ ਜੀ, ਰੋਜ਼ਨਾਮਾ ਲਿਖਿਆ, ਫਿਰ ਮਹਿਰਾਜਨਾਮਾ। ਸਧਾਰਨ ਪ੍ਰਸ਼ਨ ਆ ਜੇ ਬਿਨਾਂ ਕਿਸੇ, ਹਾਲਾਂਕਿ ਬਹੁਤ ਸਾਰੇ ਆਪਾਂ ਜਦੋਂ ਅੱਗੇ PDF ਜਦੋਂ ਮੈਂ ਤੁਹਾਨੂੰ ਪੜ੍ਹਾਊਂਗਾ ਮੈਂ ਆਪਦੇ ਜਿਹੜੇ ਨੋਟਸ ਦੇ ਵਿੱਚੋਂ, ਉਦੋਂ ਕੀ ਹੋਊਗਾ ਵੀ ਇਹਦੇ ਬਾਰੇ ਹੋਰ ਕੁਝ ਲਿਖਿਆ ਜਾਊਗਾ ਵੀ ਮੰਨ ਲਓ ਕਿਸੇ ਆਲੋਚਕ ਨੇ ਕਿਹਾ ਹੋਵੇ ਨਹੀਂ ਜੀ ਪਹਿਲਾਂ ਰੋਜ਼ਨਾਮਾ ਨਹੀਂ ਲਿਖਿਆ ਇਹਨੇ ਜੀ ਪਹਿਲਾਂ ਕਿੱਸਾ ਪੂਰਨ ਭਗਤ ਲਿਖਿਆ, ਪਹਿਲਾਂ ਆਹ ਲਿਖਿਆ ਜੀ, ਉਹ ਲਿਖਿਆ ਜੀ। ਇਹ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਇਹ ਗੱਲਾਂ ਕੰਮ ਦੀਆਂ, ਤੇ ਤੁਹਾਨੂੰ ਇਹ ਆਪਾਂ ਜ਼ਰੂਰ ਦੱਸਾਂਗੇ। ਪਰ ਆਪਣੀ ਬੁੱਕ ਹੈ ਜਿਹੜੀ 11ਵੀਂ ਵਾਲੀ ਓਥੈਂਟਿਕ ਹੈ, ਇਹਦੇ ਵਿੱਚ ਉਹਨੇ ਸਧਾਰਨ ਲਿਖਦਾ, ਉਸਨੇ ਸਭ ਤੋਂ ਪਹਿਲਾਂ ਰੋਜ਼ਨਾਮਾ ਲਿਖਿਆ। ਬਸ ਆਹ ਗੱਲ ਬਹੁਤ ਚੇਤੇ ਰੱਖਣ ਵਾਲੀ ਹੈ ਵੀ ਅਗਰ ਤਾਂ ਉਹ ਕਿਸੇ ਆਲੋਚਕ ਦਾ ਨਾਮ ਲੈ ਕੇ ਪੁੱਛੇ ਫਿਰ ਤਾਂ ਬਾਅਦ ਦੀ ਗੱਲ ਹੈ, ਫਿਰ ਤਾਂ ਪ੍ਰਸ਼ਨ ਬਾਅਦ ਦੇ ਵਿੱਚ। ਅਗਰ ਸਧਾਰਨ ਪੁੱਛ ਲੇ ਵੀ ਕਾਦਰ ਯਾਰ ਦੀ ਪਹਿਲੀ ਰਚਨਾ ਕਿਹੜੀ ਸੀ, ਤਾਂ ਉਹਨੇ ਕੀ ਕਰਨਾ, ਪਹਿਲਾ ਆਪਸ਼ਨ ਉਹਨੇ ਪੈਣਾ ਕਿੱਸਾ ਪੂਰਨ ਭਗਤ, ਫਿਰ ਉਹਨੇ ਪਾ ਦੇਣਾ ਮਹਿਰਾਜਨਾਮਾ, ਫਿਰ ਉਹਨੇ ਪਾਉਣਾ ਰੋਜ਼ਨਾਮਾ। ਇਸ ਕਰਕੇ ਸਭ ਤੋਂ ਪਹਿਲੀ ਰਚਨਾ ਉਹੀ ਕਰੂਗਾ ਜਿਹੜਾ ਰੋਜ਼ ਉੱਠ ਕੇ, ਹੈ ਨਾ, ਮਤਲਬ ਰੋਜ਼ ਆਪਾਂ ਜਿਹੜਾ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਉਹ ਜੀ ਉਸ ਹਿਸਾਬ ਨਾਲ ਰੋਜ਼ਨਾਮਾ। ਮਹਿਰਾਜਨਾਮਾ, ਕਿੱਸਾ ਪੂਰਨ ਭਗਤ, ਕਿੱਸਾ ਸੋਹਣੀ ਮਹੀਵਾਲ। ਅਗਲੀਆਂ ਜਿਹੜੀਆਂ ਉਹ ਵਾਰ ਆ, ਦੇਖ ਲਓ, ਵਾਰ ਰਾਜਾ ਰਸਾਲੂ ਰਾਣੀ ਕੋਕਲਾ ਤੇ ਵਾਰ ਹਰੀ ਸਿੰਘ ਨਲਵਾ। 11ਵੀਂ ਦੀ ਬੁੱਕ ਦੇ ਵਿੱਚ ਬਹੁਤ ਸਹੀ ਦਿੱਤਾ ਹੋਇਆ ਮੈਟਰ ਵੀ ਇਹਦੇ ਵਿੱਚ ਕੀ ਹੈ ਵੀ ਹੁਣ ਆ ਵਾਰ ਆ ਹਰੀ ਸਿੰਘ ਨਲਵਾ, ਕਿੱਸਾ ਨਹੀਂ ਲਿਖਿਆ ਵਾ, ਵਾਰ ਹਰੀ ਸਿੰਘ ਨਲਵਾ ਵਾਰ ਦੇ ਰੂਪ ਵਿੱਚ ਲਿਖਿਆ ਹੋਇਆ। ਉਸ ਤੋਂ ਬਾਅਦ ਅੱਗੇ ਵਾਰ ਰਾਜਾ ਰਸਾਲੂ ਰਾਣੀ ਕੋਕਲਾ। ਇਹ ਰਾਜਾ ਰਸਾਲੂ ਵੀ ਆਪਾਂ ਪੜ੍ਹਦੇ ਹਾਂ, ਹੈ ਨਾ, ਪੂਰਨ ਭਗਤ ਦਾ ਭਰਾ ਸੀ ਜਿਹੜਾ ਰਾਜਾ ਰਸਾਲੂ। 9ਵੀਂ ਵਾਲੀ ਪੁਸਤਕ ਦੇ ਵਿੱਚ ਮੈਨੂੰ ਲੱਗਦਾ ਵੀ ਪੂਰਨ ਭਗਤ ਦੇ ਰੱਖਿਆ, ਅਤੇ ਉਹਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਵੀ ਸਿਆਲਕੋਟ ਦੇ ਰਾਜੇ ਦੇ ਦੋ ਪੁੱਤਰ ਸੀ, ਇੱਕ ਪੂਰਨ ਤੇ ਰਸਾਲੂ। ਅੱਛਾ ਜੀ, ਅੱਗੇ ਆ ਜਾਓ। ਪੂਰਨ ਭਗਤ ਤੇ ਰਾਜਾ ਰਸਾਲੂ ਨਾਲ ਸੰਬੰਧਿਤ ਕਥਾਵਾਂ ਨੂੰ ਕਾਵਿ ਵਿੱਚ ਪੇਸ਼ ਕਰਨ ਦਾ ਸਿਹਰਾ ਜਿਹੜਾ ਇਹ ਜੀ ਕਾਦਰ ਯਾਰ ਦੇ ਸਿਹਰਾ। ਕਿੱਸਾ ਪੂਰਨ ਭਗਤ ਹੈ ਜਿਹੜਾ, ਇਹ ਇੱਕ ਸਦਾਚਾਰਕ ਕਿੱਸਾ ਹੈ, ਕਿੱਸਿਆਂ ਦੀ ਵੰਡ ਕਿੱਸਾ ਇਹਦੇ ਵਿੱਚ ਦੇ ਰੱਖਿਆ। 11ਵੀਂ ਵਾਲੀ ਬੁੱਕ ਦੇ ਵਿੱਚ ਕਾਫੀ ਵਾਰ ਤੇ ਕਿੱਸਾ ਦੀ ਪਰਿਭਾਸ਼ਾ ਦੇ ਰੱਖੀ ਹੈ। ਤੁਸੀਂ ਰੀਟ ਦਾ ਪੇਪਰ ਦਿੱਤਾ ਹੋਣਾ, ਉਹਦੇ 'ਚ ਸਿਲੇਬਸ ਦੇ ਵਿੱਚ ਸੀਗਾ ਜੀ ਕਾਫੀ ਵਾਰ ਤੇ ਕਿੱਸਾ ਤਿੰਨੇ। ਹਾਂ, ਤੇ ਉਹਦੇ ਵਿੱਚ ਜਦੋਂ ਤੁਸੀਂ ਕਿੱਸਿਆਂ ਬਾਰੇ ਪੜ੍ਹੋਗੇ ਤੇ ਡਾਕਟਰ ਰਤਨ ਸਿੰਘ ਜੱਗੀ ਨੇ ਜਿਹੜੇ ਉਹ ਬੜੇ ਮਤਲਬ ਕਮਾਲ ਦੇ ਤਰੀਕੇ ਨਾਲ ਦੱਸਿਆ ਹੋਇਆ ਹੈ ਨਾ ਵੀ ਉਹ ਕਿੱਸਿਆਂ ਦਾ ਮਤਲਬ ਇੱਕ ਸਦਾਚਾਰਕ ਕਿੱਸਾ ਵੀ ਜੋੜਿਆ। ਡਾਕਟਰ ਰਤਨ ਸਿੰਘ ਜੱਗੀ, ਰਾਜਿੰਦਰ ਸਿੰਘ ਸੇਖੋਂ, ਪਤਾ ਨਹੀਂ ਨਾਮ ਐਵੇਂ ਲਿਖਿਆ ਉਹਨਾਂ ਨੇ, ਦੇਖ ਲਿਓ ਤੁਸੀਂ ਥੋੜ੍ਹਾ ਜਿਹਾ ਉਹਨੂੰ ਜ਼ਰੂਰ ਦੇਖਿਓ। 11ਵੀਂ ਵਾਲੀ ਬੁੱਕ ਇਸੇ ਬੁੱਕ 'ਚ ਹੀ ਦੇ ਰੱਖਿਆ ਕਾਫੀ ਵਾਰ ਤੇ ਕਿੱਸਾ। ਉਹਦੇ ਵਿੱਚ ਕੀ ਹੈ ਜੀ, ਪੂਰਨ ਭਗਤ ਤੇ ਰਾਜਾ ਰਸਾਲੂ, ਇਹ ਜਿਹੜੀਆਂ ਸਦਾਚਾਰਕ ਕਹਾਣੀਆਂ ਆਪਣੀਆਂ, ਮਤਲਬ ਇਹਦੇ ਨਾਲ ਸਾਨੂੰ ਚੰਗਾ ਜੀਵਨ ਦੇ ਵਿੱਚ ਚੰਗਾ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਆਪਾਂ ਉਹਨੂੰ ਕਹਿ ਦਿੰਦੇ ਸਦਾਚਾਰਕ ਕਿੱਸਿਆਂ ਦੇ ਵਿੱਚ ਆਉਂਦਾ ਜਿਹਦੇ ਵਿੱਚ ਇੱਕ ਧਿਰ ਜਿਹੜੀ ਉਹ ਪਿਆਰ ਦੀ ਮੰਗ ਕਰਦੀ ਹੈ ਤੇ ਦੂਸਰੀ ਧਿਰ ਜਿਹੜੀ ਉਹ ਸਦਾਚਾਰਕ ਦੀ ਮੰਗ ਕਰਦੀ ਹੈ। ਹੁਣ ਪੂਰਨ ਭਗਤ ਦੇ ਵਿੱਚ ਕੀ ਹੈ ਵੀ ਪੂਰਨ ਭਗਤ ਦੀ ਜਿਹੜੀ ਮਤਰੇਈ ਮਾਂ ਆ ਜਿਹੜੀ ਲੂਣਾ,
ਉਹ ਹੈ ਜਿਹੜੀ ਉਹ ਪਿਆਰ ਦੀ ਮੰਗ ਕਰ ਰਹੀ ਹੈ। ਤੇ ਉਹ ਜਿਹੜਾ ਪੂਰਨ ਭਗਤ ਆ ਉਹ ਕਹਿੰਦਾ ਨਾ ਜੀ ਤੂੰ ਤਾਂ ਮੇਰੀ ਮਾਂ ਆ। ਇਹ ਹੈ ਜਿਹੜਾ ਇਹ ਕਨਸੈਪਟ ਓਡੀਪਸ ਕੰਪਲੈਕਸ ਕੀ ਉਹਦਾ ਹੈਗਾ ਓਏ, ਆਪਣੇ ਸਾਈਕੋਲੋਜੀ ਤੁਸੀਂ ਪੜ੍ਹਦੇ ਹੋਵੋਗੇ, ਮੈਨੂੰ ਲੱਗਦਾ ਉਹਦੇ ਨਾਲ ਮਿਲਦਾ ਇਹ, ਹੈ ਨਾ। ਉਹ ਜਿਹੜਾ ਉਹ ਮੈਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦੱਸੂਗਾ ਇਹਨੂੰ, ਮੈਂ ਪੂਰਾ ਅਗਲੀ ਜਮਾਤ ਦੇ ਵਿੱਚ ਮੈਂ ਇਹਨੂੰ ਵਧੀਆ ਵੇਖੂੰਗਾ ਵੀ ਇਹਦਾ ਸਿਸਟਮ ਕੀ ਹੈ, ਵੀ ਕੀ ਉਹ ਓਡੀਪਸ ਕੰਪਲੈਕਸ ਦੇ ਹਿਸਾਬ ਨਾਲ ਸੈੱਟ ਬਹਿੰਦੀ ਹੈ ਕਿ ਕਹਾਣੀ ਕਿ ਵਾਕਈ ਜਾਂ ਵੈਸੇ ਹੀ ਲੋਕਾਂ ਨੇ ਬਣਾ ਰੱਖੀ ਹੈ। ਸਦਾਚਾਰ ਕਿੱਸਾ ਸਾਈਕੋਲੋਜੀ ਦੇ ਵਿੱਚ ਮਾੜਾ ਹੈ, ਤੁਸੀਂ ਸਰਚ ਜ਼ਰੂਰ ਕਰਿਓ ਓਡੀਪਸ ਕੰਪਲੈਕਸ। ਹਾਂਜੀ, ਕਿੱਸਾ ਪੂਰਨ ਭਗਤ ਦੀ ਸ਼ਾਹਕਾਰ ਰਚਨਾ ਹੈ ਜੀ। ਸ਼ੀਰਫੀ ਕਾਵ ਰੂਪ ਤੇ ਬੈਂਤ ਛੰਦ ਦੇ ਵਿੱਚ ਧਿਆਨ ਰੱਖਿਓ, ਸ਼ੀਰਫੀ ਕੋਈ ਛੰਦ ਨਹੀਂ ਗਾ, ਸ਼ੀਰਫੀ ਕਾਵ ਰੂਪ ਹੈ, ਕਵਿਤਾ ਨੂੰ ਲਿਖਣ ਦਾ ਢੰਗ ਹੈ, ਕਵਿਤਾ ਨੂੰ ਲਿਖਣ ਦਾ ਤਰੀਕਾ ਹੈ, ਉਹਨੂੰ ਕਿਹਾ ਜਾਂਦਾ ਸ਼ੀਰਫੀ। ਸ਼ੀਰਫੀ ਮਤਲਬ ਫਾਰਸੀ ਦੇ 30 ਅੱਖਰਾਂ ਨੂੰ 30 ਅੱਖਰਾਂ ਦੇ ਅਨੁਸਾਰ ਰਚੀ ਗਈ ਕਵਿਤਾ, ਉਹਨੂੰ ਕਹਿ ਦਿੰਦੇ ਸ਼ੀਰਫੀ। ਅਤੇ ਸਾਡੀ ਜਿਹੜੀ ਦੇਵਨਾਗਰੀ ਦੇ 52 ਅੱਖਰਾਂ ਦੇ ਅਨੁਸਾਰ ਲਿਖੀ ਹੋਈ ਕਵਿਤਾ 52 ਅੱਖਰੀ, ਅਤੇ ਆਪਣੀ ਜਿਹੜੀ ਆਪਣੇ 35 ਅੱਖਰਾਂ ਦੇ ਅਨੁਸਾਰ ਲਿਖੀ ਗਈ ਕਵਿਤਾ 35 ਜਾਂ ਪੱਟੀ ਜਿਹਨੂੰ ਕਿਹਾ ਗਿਆ ਹੈ ਨਾ। ਕਿੱਸਾ ਪੂਰਨ ਭਗਤ ਹੈ ਜਿਹੜਾ ਹੈ ਜੀ ਸਦਾਚਾਰਕ ਕਿੱਸਾ, ਪਹਿਲਾ ਕਿੱਸਾ ਸਦਾਚਾਰਕ ਕਿੱਸਾ ਜਿਹੜਾ, ਬਾਕੀ ਤਾਂ ਸਾਰੇ ਰੋਮਾਂਟਿਕ ਕਿੱਸੇ ਪੜ੍ਹਦੇ ਆਏ ਆ ਤੁਸੀਂ, ਹੈ ਨਾ। ਬਾਕੀ ਸਾਰੇ ਰੋਮਾਂਟਿਕ ਕਿੱਸਿਆਂ ਦੀ ਸ਼੍ਰੇਣੀ 'ਚ ਆਉਂਦੇ ਆ ਜਾਂ ਵਿਦੇਸ਼ੀ ਕਿੱਸਿਆਂ ਦੀ ਸ਼੍ਰੇਣੀ 'ਚ ਆਉਂਦੇ ਸੀਗੇ। ਹਾਂ, ਇਹ ਹੈ ਜਿਹੜਾ ਇਹ ਇੱਕ ਸਦਾਚਾਰਕ ਕਿੱਸਾ ਹੈ। ਇਹ ਦੇਖੋ ਜੀ ਭਾਰਤ ਦੇ ਨਾਲ ਸੰਬੰਧਿਤ ਕਹਾਣੀ ਦੇ ਨਾਲ ਜੁੜਦਾ। ਬਾਕੀ ਪਹਿਲਾਂ ਕਿ ਜਿੰਨੇ ਵੀ ਕਿੱਸੇ ਪੜ੍ਹੇ ਆ ਉਹ ਜਾਂ ਤਾਂ ਵਿਦੇਸ਼ੀ ਧਰਤੀ 'ਤੇ ਹੋਏ ਜਾਂ ਪੰਜਾਬ ਦੀ ਧਰਤੀ 'ਤੇ ਹੋਏ। ਇਹ ਹੈ ਜਿਹੜਾ ਦੇਖੋ ਜੀ ਇਹ ਭਾਰਤ ਦੇ ਨਾਲ ਜੋੜਦਾ। ਅੱਗੇ ਦੇਖੋ ਸ਼ਾਹਕਾਰ ਰਚਨਾ ਜੋ ਸ਼ੀਰਫੀ ਕਾਵ ਰੂਪ ਤੇ ਛੰਦ ਵਾਰਿਸ਼ਾ ਵਾਲਾ ਬੇਅੰਤ ਛੰਦ ਉਹਦੇ ਵਿੱਚ ਹੈ। ਸਰਲ ਤੇ ਠੇਠ ਪੰਜਾਬੀ ਦੀ ਵਰਤੋਂ ਹੈ ਜੀ, ਬਿਲਕੁਲ ਸਰਲ ਤੇ ਠੇਠ ਪੰਜਾਬੀ। ਸ਼ਬਦਾਂ ਦਾ ਧਿਆਨ, ਅਰਬੀ ਫਾਰਸੀ ਸ਼ਬਦਾਵਲੀ ਦਾ ਬਹੁਤ ਘੱਟ ਪ੍ਰਯੋਗ ਹੈ, ਬਾਕੀਆਂ ਦੇ ਵਿੱਚ ਬਹੁਤ ਇਹਨੇ ਵਰਤੋਂ ਕਰ ਲਈ ਅਰਬੀ ਫਾਰਸੀ ਦੀ, ਅਤੇ ਇਸ ਕਰਕੇ ਬਾਕੀ ਕਿੱਸੇ ਜਾਂ ਵਾਰਾਂ ਇਹਦੀਆਂ ਇੰਨੀਆਂ ਪ੍ਰਸਿੱਧ ਨਹੀਂ ਹੋਈਆਂ। ਕਿੱਸਾ ਪੂਰਨ ਭਗਤ ਦੀ ਪ੍ਰਸਿੱਧੀ ਦਾ ਕਾਰਨ ਅਰਬੀ ਫਾਰਸੀ ਸ਼ਬਦਾਂ ਦੀ ਘੱਟ ਵਰਤੋਂ ਇੱਕ ਬਹੁਤ ਵੱਡਾ ਕਾਰਨ। ਕਾਦਰ ਯਾਰ ਦੇ ਕਿੱਸਾ ਪੂਰਨ ਭਗਤ ਉੱਪਰ ਖੁਸ਼ ਹੋ ਕੇ ਇੱਕ ਸਰਦਾਰ ਨੇ ਇਹਨੂੰ ਜੀ ਖੂਹ ਇਨਾਮ ਦੇ ਵਿੱਚ ਦਿੱਤਾ ਸੀਗਾ। ਦੇਖ ਲਓ ਅੱਗੇ ਜੀ, ਦੇਖੋ ਕਹਿੰਦਾ ਜ਼ਾਲ ਜਿਹੜਾ ਇਹ ਫਾਰਸੀ ਦਾ ਅੱਖਰ ਹੈ ਇੱਕ ਜ਼ਾਲ, ਅਲਫ ਬੇ ਪੇ ਤੇ ਟੇ ਸੇ ਜ਼ੀਮ ਸੇ ਹੇ, ਮੈਨੂੰ ਬਾਹਲੇ ਨਹੀਂ ਯਾਦ ਕਿ ਵਿੱਚ ਯਾਦ ਹੈ, ਉਹਦੇ ਵਿੱਚੋਂ ਇੱਕ ਜ਼ਾਲ ਆਉਂਦਾ ਹੈ ਸ਼ਬਦ। ਜ਼ਾਲ ਅੱਖਰ ਜਿਹੜਾ ਜਿਵੇਂ ਆਪਣੇ ਊੜਾ ਐੜਾ ਈੜੀ ਸੱਸਾ ਹਾ ਕੱਕਾ ਖੱਖਾ, ਉਵੇਂ ਇੱਕ ਜ਼ਾਲ ਅੱਖਰ। ਜ਼ਾਲ ਜਰਾ ਵੀ ਤਾਕਤ ਰਹੀ ਤਨ ਵਿੱਚ, ਓਏ ਉਹ ਜਿਹੜਾ ਉਹ ਸਤਿੰਦਰ ਸਰਤਾਜ ਗਾਣਾ ਸ਼ੁਰੂ ਕਰਦਾ ਨਾ, ਜ਼ੋਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਅਤੇ ਉਹ ਜ਼ੋਏ ਆ ਜਿਹੜਾ ਉਹਦਾ ਅਰਥ ਨਹੀਂ ਗਾ ਕੋਈ, ਉਹ ਜ਼ੋਏ ਫਾਰਸੀ ਦਾ ਅੱਖਰ ਹੈ। ਸ਼ੀਰਫੀ ਕਾਵ ਰੂਪ ਦੇ ਵਿੱਚ ਉਹ ਗਾਣਾ ਗਾਇਆ ਗਿਆ। ਸ਼ੀਰਫੀ ਕਾਵ ਰੂਪ ਦੇ ਵਿੱਚ ਜ਼ੋਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ, ਰੀਝਾਂ ਅੱਜ ਵੀ ਤੇਰੀਆਂ ਸੁਪਨਿਆਂ ਨੇ, ਵਾਰ ਵੇ ਪਤਾ ਨਹੀਂ ਯਾਦ ਨਹੀਂ ਮੈਨੂੰ ਚੰਗੀ ਤਰ੍ਹਾਂ। ਹਾਂ, ਜਾਲ ਜ਼ਰਾ ਵੀ ਤਾਕਤ ਰਹੀ ਤਨ ਵਿੱਚ, ਰਾਣੀ ਗਾਮਦੀ ਗਮਾਂ ਦੇ ਗੀਤ ਲੋਕੋ, ਮੈਂ ਭੁੱਲੀ ਹਾਂ ਤੁਸੀਂ ਨਾ ਭੁੱਲਿਓ ਜੇ, ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੋ। ਰਾਣੀ ਸੁੰਦਰਾ ਪੂਰਨ ਭਗਤ ਦੇ ਨਾਲ ਪ੍ਰੀਤ ਪਾਲੀ ਸੀ, ਪੂਰਨ ਭਗਤ ਮੰਗਣ ਜਾਂਦਾ ਹੁੰਦਾ ਸੀਗਾ। ਬਾਅਦ ਦੀ ਘਟਨਾ ਇਹ ਵੀ ਜਦੋਂ ਉਹ ਜੋਗੀਆਂ ਦੇ ਪਲਦਾ ਉਹ ਜੋਗੀ ਪਾਲ ਲੈਂਦੇ ਆ ਉਹਨੂੰ ਖੂਹ ਦੇ ਵਿੱਚੋਂ ਕੱਢ ਕੇ, ਅਤੇ ਉਦੋਂ ਭਿਕਸ਼ਾ ਮੰਗਣ ਜਾਂਦਾ ਜਦੋਂ, ਅਤੇ ਉਹ ਜਿਹੜੀ ਰਾਣੀ ਸੁੰਦਰਾ ਨੂੰ ਬੜਾ ਸੋਹਣਾ ਲੱਗਦਾ। ਮੈਂ ਭੁੱਲੀ ਹਾਂ ਤੁਸੀਂ ਨਾ ਭੁੱਲਿਓ ਜੇ, ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੋ, ਜੰਗਲ ਗਏ ਨਾ ਬੋੜੇ ਸੁੰਦਰਾਂ ਨੂੰ, ਜੋਗੀ ਨਹੀਂ ਕਿਸੇ ਦੇ ਮੀਤ ਲੋਕੋ, ਕਾਦਰ ਯਾਰ ਪੁੱਛੇ ਕਿਹੜਾ ਦੁੱਖ ਮੇਰਾ, ਉਸੇ ਵਕਤ ਹੋਇਆ ਪੱਥਰ ਚੀਤ ਲੋਕੋ। ਕਹਿੰਦੀ ਵੀ ਮੇਰਾ ਦਿਲ ਆ ਜਿਹੜਾ, ਮੇਰਾ ਚਿੱਤ, ਮੇਰਾ ਹਿਰਦਾ ਪੱਥਰ ਦਾ ਹੋ ਗਿਆ ਜਦੋਂ ਮੈਨੂੰ ਕਿਸੇ ਨੇ ਪੁੱਛਿਆ। ਕਾਦਰ ਯਾਰ ਦਾ ਕਿੱਸਾ ਸੋਹਣੀ ਮਹੀਵਾਲ ਦਾ ਛੰਦ ਹੈਗਾ ਦੋਹਰਾ ਛੰਦ। ਦੋਹਰਾ ਛੰਦ ਦਾ ਤੁਹਾਨੂੰ ਪਤਾ ਹੀ ਹੈ, ਦੋਹਰਾ ਛੰਦ ਲਿਖਿਆ ਹੋਇਆ ਦੇਖ ਲਓ। ਹਾਂਜੀ, ਦੋਹਰਾ ਛੰਦ ਹਰ ਬੰਦ ਦੀਆਂ 2 ਤੁਕਾਂ ਦੀ ਥਾਂ 4-4 ਤੁਕਾਂ। ਦੋਹਰੇ ਛੰਦ ਤਾਂ ਵੈਸੇ ਤਾਂ ਹੈਗਾ ਜੀ, ਦੋਹਰਾ ਛੰਦ ਜਿਹੜਾ ਦੋਹਰੇ ਛੰਦ ਦੀਆਂ 2 ਤੁਕਾਂ ਹੁੰਦੀਆਂ, ਅਤੇ ਪਰ ਇੱਥੇ ਕੀ ਹੈ ਕਾਦਰ ਯਾਰ ਨੇ 4-4 ਤੁਕਾਂ ਵਰਤੀਆਂ। ਧਿਆਨ ਰੱਖਣ ਵਾਲੀਆਂ ਗੱਲਾਂ। ਬੋਲੀ ਹੈ ਜਿਹੜੀ ਸਾਦੀ ਅਤੇ ਠੇਠ ਪੰਜਾਬੀ, ਬਿਰਹੋਂ ਦੀ ਭਾਵਨਾ, ਦ੍ਰਿਸ਼ ਵਰਣਨ, ਪ੍ਰਾਕ੍ਰਿਤਿਕ ਵਰਣਨ ਦੀ ਉਸਾਰੀ ਜਿਹੜੀ ਢੰਗ ਨਾਲ ਕੀਤੀ ਗਈ ਹੈ, ਬਹੁਤ ਸੋਹਣੀ ਮਹੀਵਾਲ ਕਿੱਸੇ ਦੀ ਇਹਦੀ ਇੱਕ ਮਤਲਬ ਕੀ ਹੈ,
ਇਹਦੀ ਮੇਨ ਜਿਹੜੀ ਪ੍ਰਸ਼ੰਸਾ ਕੀ ਹੈ, ਬਿਰਹੋਂ ਦੀ ਭਾਵਨਾ, ਦ੍ਰਿਸ਼ ਵਰਣਨ ਤੇ ਪ੍ਰਾਕ੍ਰਿਤਿਕ ਵਾਤਾਵਰਣ। ਦੇਖੋ ਜੀ, ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ, ਚੰਦ ਮੱਥੇ, ਇਹਨਾਂ ਨੂੰ ਨਾ ਵਾਰੀ ਪੜ੍ਹਦੇ ਰਿਹਾ ਕਰੋ। ਤੁਹਾਨੂੰ ਛੰਦ ਦੀ ਗਿਣਤੀ ਕਰਨ ਦੀ ਲੋੜ ਨਹੀਂ ਪੈਣੀ ਕਦੇ ਵੀ। ਮੈਂ ਕਦੇ ਜ਼ਿੰਦਗੀ 'ਚ ਗਿਣਤੀ ਨਹੀਂ ਕੀਤੀ। ਲੋਕ ਜਪਦੇ ਰਹਿੰਦੇ, ਮੈਂ ਬਹੁਤ ਵੇਖ ਲਏ ਵੱਡੇ ਉਹ ਕੀ ਕਰਦੇ ਆ, ਇਹ ਛੰਦ ਐਵੇਂ ਕਿਵੇਂ ਹੈ, ਇਹਦੇ 'ਚ ਸਰ ਗਿਣਤੀ ਪੂਰੀ ਨਹੀਂ ਆਉਂਦੀ, ਇਹਦੇ 'ਚ ਨਹੀਂ ਪੂਰਾ ਹੁੰਦਾ। ਅਤੇ ਮੇਰੇ 'ਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ, ਮੈਂ ਛੰਦ ਦਾ ਰੂਲ ਨਹੀਂ ਕਦੇ ਵੀ ਪੜ੍ਹਿਆ। ਮੈਂ ਡਾਇਰੈਕਟ ਬਸ ਉਹ ਕਵਿਤਾਵਾਂ ਪੜ੍ਹਦਾ ਗਿਆ ਅਤੇ ਉਹ ਮੇਰੇ ਮਾਇੰਡ ਦੇ ਵਿੱਚ ਐਵੇਂ ਸੈੱਟ ਹੋਇਆ ਵੀ ਮੈਂ ਵੇਖ ਕੇ ਹੀ ਦੱਸ ਦੇਣਾ। ਮੈਂ ਇੱਕ ਲਾਈਨ ਪੜ੍ਹਾਂ ਤਾਂ ਮੇਰੇ ਅੰਦਰ ਦੀ ਟੂਨ ਉਦੋਂ ਹੀ ਦੱਸ ਦਿੰਦੀ ਹੈ ਵੀ ਇਹਦੇ 'ਚ ਕਿਹੜਾ ਛੰਦ ਹੈ। ਉਦੋਂ ਹੀ ਮੈਂ ਅੰਦਰ ਟੂਨ ਜੀ ਦੇ ਨਾਲ ਜਦੋਂ ਆਪਦੇ ਹਿਸਾਬ ਨਾਲ ਪੜ੍ਹਦਾ ਅਤੇ ਐਡਜਸਟਮੈਂਟ ਜੀ ਕਰਕੇ ਮੈਂ ਉਦੋਂ ਹੀ ਮੈਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ। ਸੋ ਇਹ ਮੈਂ ਤਾਂ ਵੀ ਕਿਉਂਕਿ ਪ੍ਰੈਕਟਿਸ ਇੰਨੀ ਹੋ ਗਈ ਪੜ੍ਹ ਕੇ, ਇਸ ਕਰਕੇ ਤੁਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹਿਆ ਕਰੋ। ਹੁਣ ਜਿਵੇਂ ਮੰਨ ਲਓ ਚੱਕ ਕੇ ਦੋ ਚੀਜ਼ਾਂ ਦੇ ਅਤੇ ਦੱਸੋ ਜੀ ਇਹ ਕਿਹੜੇ ਕਿੱਸੇ ਦੀ ਹੈ, ਹੈ ਨਾ, ਦੇਊਗਾ ਆਹ ਕਿਤਾਬ ਦੇ ਵਿੱਚੋਂ ਹੀ ਉਹ, ਐਵੇਂ ਨਹੀਂ, ਕਿਉਂਕਿ ਕਿੱਸਾ ਤਾਂ ਬਹੁਤ ਲੰਮਾ ਚੌੜਾ, ਹੁਣ ਸਾਰਾ ਕਿੱਸਾ ਥੋੜ੍ਹਾ ਯਾਦ ਹੁੰਦਾ। ਪਰ ਕੀ ਹੈ ਵੀ ਉਹ ਕਿਸੇ ਦੀ ਜਿਹੜੀਆਂ ਲਾਈਨਾਂ ਦਿੱਤੀਆਂ ਹੁੰਦੀਆਂ ਨਾ, ਜਿਵੇਂ BA ਵਾਲੀਆਂ ਕਿਤਾਬ ਦੇ ਵਿੱਚ ਦਿੱਤੀਆਂ ਹੋਣਗੀਆਂ ਜਾਂ 11ਵੀਂ ਵਾਲੀ 'ਚ ਜਾਂ 12ਵੀਂ ਵਾਲੀ 'ਚ, ਕਿਸੇ ਵੀ ਕਿਤਾਬ ਦੇ ਵਿੱਚ ਕੋਈ ਉਹ ਸਤਰਾਂ ਦਾ ਮਹੱਤਵ ਹੁੰਦਾ, ਕੋਈ ਨਾ ਕੋਈ ਇੰਪੋਰਟੈਂਟ ਹੁੰਦੀਆਂ ਆਪਣੇ ਵਾਸਤੇ। ਉਹ ਸਤਰਾਂ ਯਾਦ ਰੱਖਿਆ ਕਰੋ, ਕਿਤੇ ਵੀ ਆ ਜੇ ਕੋਈ। ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ, ਚੰਦ ਮੱਥੇ ਵਿੱਚ ਡਲਕਦਾ ਜੋਸ਼ ਹੁਸਨ ਦੇ ਨਾਲ, ਠੋਡੀ ਕਦਰ ਬਦਾਮ ਦੀ ਵਾਂਗੂ ਮੀਮ ਦਹਾਨ, ਬਾਜੂ ਖੜੇ ਖਰਾਦੀਆਂ ਖਾਸ ਖਰਾਦ ਉਤਾਰ, ਉਂਗਲੀਆਂ ਵਿੱਚ ਨਾਜ਼ ਕੀ ਫਲੀਆਂ ਦੇ ਮਿਕਦਾਰ, ਸੋਹਣੀ ਉੱਤੇ ਰੱਬ ਨੇ ਦਿੱਤਾ ਏਡਾ ਹੁਸਨ ਖਿਲਾਰ। ਵਾਰ ਰਾਜਾ ਰਸਾਲੂ ਰਾਣੀ ਕੋਕਲਾਂ ਅਤੇ ਵਾਰ ਹਰੀ ਸਿੰਘ ਨਲਵਾ ਉਸ ਦੀਆਂ ਵੀਰ ਕਾਵਧਾਰਾ ਅਧੀਨ ਦੀ ਰਚੀਆਂ ਗਈਆਂ ਰਚਨਾਵਾਂ ਹਨ। ਇਹ ਵੀਰ ਕਾਵਧਾਰਾ ਦੇ ਵਿੱਚ ਆਉਂਦੀਆਂ ਕਿ ਜਿਹੜਾ ਵੀਰ ਕਾਵਧਾਰਾ ਉਹ ਜੰਗ ਯੁੱਧ ਦੇ ਨਾਲ ਸੰਬੰਧਿਤ ਆ। ਜਿਵੇਂ ਮੰਨ ਲਓ ਵੀਰ ਰਸੀ ਕਵਿਤਾ ਜਿਹੜੀ, ਉਹਦੇ ਵਿੱਚ ਦੋ ਤਰ੍ਹਾਂ ਦੀ ਆਪਸੀ ਜਿਹੜੀ ਟੱਕਰ ਦਿਖਾਈ ਜਾਂਦੀ ਹੈ, ਸੂਖਮ ਅਤੇ ਸਥੂਲ ਦੀ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀਰ ਕਾਵਧਾਰਾ। ਸਥੂਲ ਟੱਕਰ ਦੇ ਵਿੱਚ ਜੰਗ ਹੈ ਜਿਹੜੀ ਉਹ ਹੋਊਗੀ ਸਰੀਰਕ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹਨੂੰ ਆਪਾਂ ਭੌਤਿਕ ਜੰਗ ਕਹਿ ਸਕਦੇ ਹਾਂ, ਸਰੀਰਕ ਨਹੀਂ ਭੌਤਿਕ ਜੰਗ। ਅਤੇ ਇੱਕ ਹੁੰਦੀ ਹੈ ਮਾਨਸਿਕ ਜੰਗ, ਜਿਹੜੀ ਸਾਡੇ ਅੰਦਰ ਚੱਲ ਰਹੀ ਹੈ, ਚੰਗੇ ਅਤੇ ਮਾੜੇ ਕੰਮਾਂ ਦੀ ਆਪਸ ਵਿੱਚ ਲੜਾਈ, ਉਹ ਹੈ ਜਿਹੜੀ। ਹੁਣ ਇਹਦੇ ਵਿੱਚ ਦੇਖ ਲਓ ਜੀ, ਵਾਰ ਰਾਜਾ ਰਸਾਲੂ ਰਾਣੀ ਕੋਕਲਾਂ ਅਤੇ ਵਾਰ ਹਰੀ ਸਿੰਘ ਨਲਵਾ, ਇਹ ਹੈ ਜਿਹੜਾ ਇਹ ਜਿਹੜੇ ਵਾਰ ਰਾਜਾ ਰਸਾਲੂ ਰਾਣੀ ਕੋਕਲਾਂ, ਇਹ ਆ ਜਾਣ ਦੋ ਕਿਸੇ ਦੀ, ਜਦੋਂ ਵਾਰ ਦੀ ਗੱਲ ਆਊਗੀ ਉਦੋਂ ਇਹਦੀ ਵੀ ਵਿੱਚ ਤੁਹਾਨੂੰ ਕਹਾਣੀ ਸੁਣਾ ਦੂੰਗਾ। ਕਹਾਣੀਆਂ ਵਾਲਾ ਅੱਡ ਸਿਸਟਮ ਕਰ ਦਾਂਗੇ ਉਹ ਵੀ ਤੁਹਾਨੂੰ, ਕਿਉਂਕਿ ਇੰਟਰਸਟ ਪੈਦਾ ਕਰਨ ਵਾਸਤੇ ਕਹਾਣੀਆਂ ਵੀ ਜ਼ਰੂਰੀ ਆ। ਮੈਂ ਅਜੇ ਤੱਕ ਤੁਹਾਨੂੰ ਕੋਈ ਕਹਾਣੀ ਸੁਣਾਈ ਹੀ ਨਹੀਂ ਅਜੇ। ਕਹਾਣੀਆਂ ਫਿਰ ਮੈਨੂੰ ਆਪ ਨੂੰ ਹੁੰਦਾ, ਮੈਂ ਕਿਹਾ ਇਹਨਾਂ ਦਾ ਕੀ ਸੁਣਾਉਣਾ, ਹੁਣ ਇਹਨਾਂ ਦਾ ਕੀ ਸੁਣਾਵੇ ਬੰਦਾ ਕਹਾਣੀਆਂ ਦਾ। ਮੈਂ ਤਾਂ ਫਿਰ ਕਹਿ ਦੇਣਾ ਵੀ ਚਲੋ ਕੋਈ ਨਹੀਂ, ਬੱਚਿਆਂ ਦਾ ਕਿਉਂ ਆਪਾਂ ਟਾਈਮ ਖਰਾਬ ਕਰਨਾ, ਪਰ ਚਲੋ ਕੋਈ ਨਹੀਂ, ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨਾਂ ਦੀ ਵੀਡੀਓ ਅਲੱਗ ਤੋਂ ਵੀ ਕਹਾਣੀ ਹੀ ਰਾਂਝੇ ਦੀ, ਸੋਹਣੀ ਮਹੀਵਾਲ ਦੀ, ਸੱਸੀ ਪੁੰਨੂ ਦੀ, ਇਹਨਾਂ ਦੀ ਕਹਾਣੀਆਂ ਤਰੀਕੇ ਜਿਹੇ ਨਾਲ ਥੋੜ੍ਹੇ ਜਿਹੇ ਨਾਲ ਤੁਹਾਨੂੰ ਦੱਸ ਦੂੰਗਾ। ਵਿੱਚ ਸ਼ਹਿਰਾਂ ਦੇ ਨਾਮ ਜਾਂ ਕੋਈ ਉਹਦੇ ਵਿੱਚੋਂ ਇੱਕ ਅੱਧਾ ਪ੍ਰਸ਼ਨ ਤੁਹਾਨੂੰ ਆ ਜਾਊਗਾ, ਕੋਈ ਦਿੱਕਤ ਨਹੀਂ। ਹਾਂ, ਹੁਣ ਧਿਆਨ ਰੱਖਿਓ ਥੋੜ੍ਹਾ ਜਿਹਾ ਕਾਦਰ ਯਾਰ ਬਾਰੇ ਵੀ ਪੜ੍ਹ ਲਿਓ, ਜ਼ਰੂਰੀ ਹੈ। 1800 ਤੋਂ 1892 ਜਾਤ ਦਾ ਸੰਧੂ ਜੱਟ ਹੋ ਗਈਆਂ ਗੱਲ। ਪਹਿਲੀ ਰਚਨਾ ਸਾਡੀ 11ਵੀਂ ਵਾਲੀ ਬੁੱਕ ਨੇ ਇਹ ਮੰਨੀ ਹੈ ਜੀ, ਰੋਜ਼ਨਾਮਾ। ਬਸ ਧਿਆਨ ਰੱਖਿਓ, ਪੂਰਨ ਭਗਤ ਅਤੇ ਰਾਜਾ ਰਸਾਲੂ ਨਾਲ ਸੰਬੰਧਿਤ ਕਥਾਵਾਂ। ਸਭ ਤੋਂ ਪਹਿਲਾਂ ਕਿੱਸਾ ਕਾਵਿ ਦੇ ਵਿੱਚ ਕੌਣ ਲੈ ਕੇ ਆਉਂਦਾ? ਕਾਦਰ ਯਾਰ ਲੈ ਕੇ ਆਉਂਦਾ। ਪਹਿਲਾ ਸਦਾਚਾਰਕ ਕਿੱਸਾ ਲਿਖਣ ਵਾਲਾ ਕਾਦਰ ਯਾਰ ਹੈ। ਕਿਹੜਾ ਕਿੱਸਾ ਪੂਰਨ ਭਗਤ, ਬਹੁਤ ਪ੍ਰਸਿੱਧ ਹੈ ਜੀ। ਇਹ ਗੱਲ ਆਪਾਂ ਕਰਾਂਗੇ ਅਗਲੀ ਜਮਾਤ ਦੇ ਵਿੱਚ, ਕਿਸੇ ਪੂਰਨ ਭਗਤ ਬਾਰੇ ਅਤੇ ਇਹਦੀਆਂ ਹੋਰ ਰਚਨਾਵਾਂ ਬਾਰੇ। ਮੇਨ ਤਾਂ ਆਪਾਂ ਕਿੱਸਾ ਪੂਰਨ ਭਗਤ ਹੀ ਪੜ੍ਹਨਾ ਹੈ, ਕਿਉਂਕਿ ਇਹ ਪ੍ਰਸਿੱਧ ਹੈ, ਪ੍ਰਸ਼ਨ ਇਹਦੇ ਵਿੱਚੋਂ ਆਊਗਾ। ਅਤੇ ਜਿਹੜੀ ਆਪਣੀ BA ਵਾਲੀ ਮੈਂ ਤੁਹਾਨੂੰ ਦੱਸਦੇ ਐਡਰੈਸ ਹੁਣ, ਤਾਂ ਬਸ ਭੱਜ ਲਓ ਉੱਧਰ ਨੂੰ, ਉਹਨਾਂ ਨੂੰ ਕਹੋ ਜੀ ਫੋਟੋ ਕਾਪੀਆਂ ਸਾਨੂੰ ਕਰ ਦਿਓ ਅਤੇ ਤੁਹਾਡੇ ਕੋਲ ਮੈਟਰ ਤਾਂ ਪਹੁੰਚੇ। ਕਿਉਂਕਿ ਇਹ ਜਿਹੜਾ ਇਹ BA ਵਾਲੀਆਂ ਦੀ ਤੁਹਾਨੂੰ ਗੱਲ ਦੱਸਾਂ, ਇਹ ਵੀ ਮੈਨੂੰ ਕਿਸੇ ਮਤਲਬ ਸਾਡੇ ਸੀਨੀਅਰ ਟੀਚਰ ਤੋਂ ਪਤਾ ਲੱਗਾ ਵੀ ਉਹ ਕੀ ਹੋਇਆ ਵੀ ਇਹ ਜਿਹੜਾ ਇਹ ਸਿਲੇਬਸ ਆ, ਜਿਹੜਾ ਇਹ ਯੂਨੀਵਰਸਿਟੀ ਪੰਜਾਬ ਦੀ ਕੋਈ ਯੂਨੀਵਰਸਿਟੀ ਤੋਂ ਸਿਲੇਬਸ ਆਪਣੇ ਲਾਗੂ ਕੀਤਾ ਗਿਆ ਗੰਗਾ ਸਿੰਘ ਯੂਨੀਵਰਸਿਟੀ 'ਚ। BA ਦੀਆਂ ਕਿਤਾਬਾਂ ਕਿਉਂ ਨਹੀਂ ਮਿਲਦੀਆਂ ਇਹ ਦੱਸਦਾ ਤੁਹਾਨੂੰ। ਉਹ ਜਦੋਂ ਲਾਗੂ ਕੀਤਾ ਗਿਆ ਸਿਲੇਬਸ, ਅਤੇ ਉਹਨਾਂ ਨੇ ਤਾਂ ਸਿਲੇਬਸ ਬਦਲਤਾ 3 ਵਾਰੀ, ਸਾਡੇ ਵਾਲਿਆਂ ਦਾ ਉਹੀ ਚੱਲੀ ਜਾਂਦਾ। ਫਿਰ ਉਹ ਕਿਤਾਬਾਂ ਛਪਣੀਆਂ ਬੰਦ ਹੋ ਗਈਆਂ, ਹੁਣ ਉਹ ਗਾਈਡਾਂ ਚੱਲੀ ਜਾਂਦੀਆਂ। ਅਤੇ ਉਹ ਤਾਂ ਵੈਸੇ ਵੀ, ਮੈਂ ਤਾਂ ਵੈਸੇ ਨਹੀਂ ਬੱਚਿਆਂ ਨੂੰ ਰੈਕਮੈਂਡ ਨਹੀਂ ਕਰਦਾ ਗਾ, ਪਰ ਫਿਰ ਉਹ ਮੈਨੂੰ ਪਤਾ ਨਹੀਂ ਸੀਗਾ ਵੀ ਉੱਥੋਂ ਮਿਲ ਜਾਣਗੀਆਂ। ਹੁਣ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਪਤਾ ਲੱਗਾ। ਮੈਂ ਕਿਹਾ ਪਤਾ ਤਾਂ ਕਰੀਏ ਵੀ ਇਹ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਕਿੱਥੋਂ, ਅਵੇਲੇਬਲ ਕਿੱਥੋਂ ਹੋ ਜਾਣਗੀਆਂ। ਤੁਸੀਂ ਅਵੇਲੇਬਲ ਜ਼ਰੂਰ ਕਰਵਾ ਲਿਓ। ਸੋ ਜਲਦੀ ਮਿਲਦੇ ਆ ਆਪਾਂ ਅਗਲੀ ਜਮਾਤ ਦੇ ਵਿੱਚ। ਕਾਦਰ ਯਾਰ ਬਾਰੇ ਪੜ੍ਹਾਂਗੇ ਚੰਗੀ ਤਰ੍ਹਾਂ, ਅਤੇ ਕਾਦਰ ਯਾਰ ਦੇ ਕਿਸੇ ਪੂਰਨ ਭਗਤ ਬਾਰੇ ਜੀ। ਸਤਿ ਸ੍ਰੀ ਅਕਾਲ।